ਵਾਹਿਗੁਰੂ ਸਾਹਿਬ ਜੀ। ਜਿਉ ਬੁਲਾਵੈ ਤਿਉ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤਿ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸੰਗਤ ਜੀ, ਆਪ ਜੀ ਦੇ ਨਾਲ ਵਡਮੁੱਲਾ ਗਿਆਨ, ਆਪ ਜੀ ਦੀ ਬਖਸ਼ਿਸ਼, ਗੁਰੂ ਪ੍ਰਮਾਤਮਾ ਜੀ ਦੀ ਨਦਰ ਰਹਿਮਤ ਦੇ ਸਦਕਾ ਇਹ ਪਾਵਨ ਪਵਿੱਤਰ ਗਿਆਨ ਸਾਂਝਾ ਕਰਦੇ ਆ ਰਹੇ ਹਾਂ। ਅੱਜ ਆਪ ਜੀ ਦੇ ਨਾਲ ਸੱਤ ਅਵਸਥਾ ਬਾਰੇ, ਸਪਤ ਅਵਸਥਾਵਾਂ ਬਾਰੇ ਇਸ ਗਿਆਨ ਦੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਗੁਰੂ ਪਿਆਰੀ ਸੰਗਤ ਜੀ, ਜਦੋਂ ਜਦੋਂ ਵੀ ਆਦਮੀ ਜਾਂ ਫਿਰ ਇਸਤਰੀ ਦੀ ਬਿਰਤੀ ਦਾ ਲਹਾਓ ਜਾਂ ਚੜਾਓ ਹੁੰਦਾ ਹੈ, ਕਦੀ ਦੁੱਖ ਤਕਲੀਫ ਕਰਕੇ ਸ਼ੋਕ ਹੋਣਾ, ਕਦੀ ਖੁਸ਼ ਹੋ ਕੇ ਆਨੰਦ ਮਨਾਉਣਾ, ਇਸ ਦਾ ਨਾਮ ਅਵਸਥਾ ਹੈ। ਇਹ ਗਿਣਤੀ ਵਿੱਚ 7 ਪ੍ਰਕਾਰ ਦੀ ਹੈ। ਪਹਿਲੀ ਹੈ ਅਗਿਆਨ, ਦੂਜੀ ਹੈ ਅਵਰਣ, ਤੀਜੀ ਹੈ ਭ੍ਰਾਂਤੀ, ਚੌਥੀ ਹੈ ਪਰੋਸ਼ ਗਿਆਨ, ਪੰਜਵੀਂ ਹੈ ਅਪਰੋਸ਼ ਗਿਆਨ, ਛੇਵੀਂ ਹੈ ਸ਼ੋਕ ਦਾ ਨਾਸ ਹੋਣਾ ਤੇ ਸੱਤਵੀਂ ਹੈ ਖੁਸ਼ੀ। ਇਹਨਾਂ ਦਾ ਨਿਰਣਾ ਵੀ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਪਹਿਲੀ ਜੋ ਅਗਿਆਨ ਹੈ, ਅਗਿਆਨ ਉਸ ਨੂੰ ਕਹਿੰਦੇ ਹਨ ਜਦੋਂ ਜੀਵ ਕਹਿੰਦਾ ਹੈ ਮੈਂ ਰੱਬ ਨਹੀਂ ਜਾਣਦਾ। ਜੈਸੇ ਸੂਰਜ ਦੇ ਅੱਗੇ ਬੱਦਲ ਹੋ ਕੇ ਸੂਰਜ ਨੂੰ ਢੱਕ ਲੈਂਦੇ ਹਨ, ਤੈਸੇ ਜੀਵ ਦੀ ਪਵਿੱਤਰ ਬੁੱਧੀ ਰੱਬ ਜਾਣਨ ਵਾਲੀ ਨੂੰ ਅਗਿਆਨ ਢੱਕ ਲੈਂਦਾ ਹੈ। ਦੂਜੀ ਹੈ ਅਵਰਣ। ਜਦੋਂ ਕਹਿੰਦਾ ਹੈ ਕਿ ਰੱਬ ਤਾਂ ਹੈ ਸਹੀ ਪਰ ਪ੍ਰਤੀਤ ਨਹੀਂ ਹੁੰਦਾ, ਇਸ ਦਾ ਨਾਮ ਅਵਰਣ ਹੈ, ਕਿਉਂਕਿ ਜੀਵ ਦਾ ਹਿਰਦਾ ਅਵਰਣ ਦੇਖ ਕਰਕੇ ਢਕਿਆ ਹੋਇਆ ਹੈ। ਤੀਜੀ ਹੈ ਸਾਧ ਸੰਗਤ ਜੀ ਭ੍ਰਾਂਤੀ। ਜਦੋਂ ਜੀਵ ਨੂੰ ਹਿਰਦੇ ਵਿੱਚ ਸੰਸਾਰ ਹੀ ਸੰਸਾਰ ਵਸਦਾ ਨਜ਼ਰ ਆਉਂਦਾ ਅਤੇ ਜਨਮ ਤੋਂ ਲੈ ਕੇ ਇਸੇ ਤਰ੍ਹਾਂ ਪ੍ਰਤੀਤ ਹੁੰਦਾ ਹੋਵੇ, ਇਸ ਦਾ ਨਾਮ ਭ੍ਰਾਂਤੀ ਹੈ। ਤੇ ਇਸ ਭ੍ਰਾਂਤੀ ਦੇ ਹੋਣ ਕਰਕੇ ਹੀ ਸੰਸਾਰ ਦੇ ਜੀਵਾਂ ਵਿੱਚ ਮੋਹ ਪੈ ਜਾਂਦਾ ਹੈ ਤੇ ਮੋਹ ਦੀਆਂ ਚੋਟਾਂ, ਜਦ ਕਿ ਕੋਈ ਪਿਆਰਾ ਗੁਜ਼ਰ ਜਾਵੇ ਜਾਂ ਕਿਸੇ ਨੂੰ ਤਕਲੀਫ ਹੋਵੇ, ਖਾਂਦਾ ਹੈ ਤੇ ਪੈਰ ਵੀ ਨਹੀਂ ਹਿੱਲ ਸਕਦਾ। ਜੈਸੇ ਗੁਰੂ ਪਾਤਸ਼ਾਹ ਜੀ ਰਹਿਰਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਫਰਮਾਉਂਦੇ ਹਨ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਤੇ ਦਿਲ ਵਿੱਚ ਸ਼ੋਕ ਧਾਰਨ ਕਰਦਾ ਹੈ। ਇਸੇ ਕਰਕੇ ਇਸ ਦਾ ਨਾਮ ਸ਼ੋਕ ਵੀ ਕਹਿੰਦੇ ਹਨ। ਚੌਥੀ ਹੈ ਪਰੋਸ਼ ਗਿਆਨ। ਜਦੋਂ ਜੀਵ ਦਾ ਇਹ ਖਿਆਲ ਹੁੰਦਾ ਹੈ ਕਿ ਪਰਮੇਸ਼ਰ ਸਤ ਚਿੱਤ ਆਨੰਦ ਰੂਪ ਹੈ, ਇਸ ਦਾ ਨਾਮ ਪਰੋਸ਼ ਗਿਆਨ ਹੈ। ਅੱਖੀਆਂ ਤੋਂ ਓਹਲੇ ਜੋ ਚੀਜ਼ ਹੋਵੇ ਉਸ ਨੂੰ ਪਰੋਸ਼ ਆਖਦੇ ਹਨ। ਮਾਲੂਮ ਹੋਇਆ ਹੈ ਕਿ ਪਰਮੇਸ਼ਰ ਹੈ, ਪਰ ਅਜੇ ਸਾਖਿਆਤ ਦਰਸ਼ਨ ਨਹੀਂ ਹੋਇਆ। ਐਸਾ ਖਿਆਲ ਹੋਣ ਦਾ ਨਾਮ ਪਰੋਸ਼ ਗਿਆਨ ਹੈ। ਪੰਜਵੀਂ ਹੈ ਸਾਧ ਸੰਗਤ ਜੀ ਅਪਰੋਸ਼ ਗਿਆਨ। ਜਦੋਂ ਜੀਵ ਦੀ ਇਹ ਅਵਸਥਾ ਹੁੰਦੀ ਹੈ ਕਿ ਪ੍ਰਮਾਤਮਾ ਮੇਰੇ ਤੋਂ ਵੱਖਰਾ ਨਹੀਂ। ਪਾਵਨ ਬਾਣੀ ਦੇ ਬਚਨ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਉ। ਪੋਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ।
ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਤੇ ਮੇਰੇ ਹਿਰਦੇ ਵਿੱਚ ਹੀ ਵਸ ਰਿਹਾ ਹੈ। ਜੈਸਾ ਕਿ ਬਚਨ ਹੈ, ਨੇਰੈ ਨਾਹੀ ਦੂਰ, ਨਿਜ ਆਤਮੈ ਰਹਾ ਭਰਪੂਰ। ਤਾਂ ਐਸਾ ਹੁੰਦੇ ਹੁੰਦੇ, ਭਾਵ ਕਿ ਐਸਾ ਵਿਚਾਰ ਕਰਦਿਆਂ ਹੋਇਆਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣਦਾ ਹੋਇਆ ਜੋਤੀ ਸਰੂਪ ਦੇ ਚਰਨਾਂ ਨਾਲ ਅਭੇਦ ਹੋ ਜਾਂਦਾ ਹੈ। ਇਸ ਦਾ ਨਾਮ ਅਪਰੋਸ਼ ਗਿਆਨ ਹੈ। 6ਵੀਂ ਅਵਸਥਾ ਹੈ ਸਾਧ ਸੰਗਤ ਜੀ, ਸ਼ੋਕ ਦਾ ਨਾਸ ਹੋਣਾ। ਜਦ ਜੀਵ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਰੂਪ ਹੋ ਕੇ ਸਰੀਰ ਕਰਕੇ ਵੇਖਣ ਵਾਲਿਆਂ ਨੂੰ ਆਪਣੇ ਵਰਗਾ ਹੀ ਪ੍ਰਤੀਤ ਹੁੰਦਾ ਹੈ, ਪਰ ਦੇਹ ਕਰਕੇ ਹੀ ਸਦਾ ਆਤਮਕ ਆਨੰਦ ਵਿਖੇ ਮਗਨ ਰਹਿੰਦਾ ਹੈ। ਚਰਨ ਕਮਲ ਕੀ ਮੌਜ ਲੈਂਦਾ ਹੈ ਤੇ ਮੌਜ ਲੈਂਦਿਆਂ ਹੋਇਆਂ ਕਹਿੰਦਾ ਹੈ, ਫੂਟੋ ਆਂਡਾ ਭਰਮ ਕਾ, ਮਨਹਿ ਭਇਓ ਪ੍ਰਗਾਸ। ਕਾਟੀ ਬੇਰੀ ਪਗਹਿਤੀ, ਗੁਰ ਕੀਨੀ ਬੰਦ ਖਲਾਸ। ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਰਹਾਓ। ਜਬ ਤੇ ਸਾਧੂ ਸੰਗ ਭਇਆ, ਤਉ ਛੋੜ ਗਏ ਨਿਗਹਾਰ। ਜਿਸ ਕੀ ਅਟਕ ਤਿਸ ਦੇ ਛੁਟੀ, ਤਉ ਕਹਾਂ ਕਰੈ ਕੋਟਵਾਰ। ਚੂਕਾ ਭਾਰਾ ਕਰਮ ਕਾ ਹੋਏ ਨੇ ਕਰਮਾ, ਸਾਗਰ ਤੇ ਕੰਢੈ ਚੜੇ ਗੁਰ ਕੀਨੇ ਧਰਮਾ। ਸੱਚ ਥਾਨ ਸੱਚ ਬੈਠਕਾ, ਸੱਚ ਸੁਆਉ ਬਣਾਇਆ। ਸੱਚ ਪੂੰਜੀ ਸੱਚ ਵਖਰੋ, ਨਾਨਕ ਘਰ ਪਾਇਆ। ਮੇਰਾ ਆਵਣ ਜਾਣ ਰਹਿ ਗਿਆ ਹੈ। ਮੈਂ ਜਨਮ ਮਰਨ ਤੋਂ ਰਹਿਤ ਹੋ ਗਿਆ ਹਾਂ। ਹੁਣ ਮੇਰੇ ਵਿਖੇ ਜਨਮ ਮਰਨ ਨਹੀਂ ਆ। ਹੋਰ ਕੋਈ ਵੀ ਸੰਸਾਰੀ ਧਰਮ, ਸੰਸਾਰਕ ਕੰਮਾਂ ਵਿੱਚ ਖਚਿਤ ਕਰਨ ਵਾਲਾ ਮੇਰੇ ਵਿੱਚ ਨਹੀਂ ਹੈ। ਐਸਾ ਸਮਝ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਰਹਿੰਦਾ ਹੈ। ਇਸ ਦਾ ਨਾਮ ਸ਼ੋਕ ਨਾਸ ਹੈ। ਸ਼ੋਕ ਦਾ ਭਾਵ ਨਾਸ ਹੋਣਾ। 7ਵੀਂ ਅਵਸਥਾ ਹੈ ਸਾਧ ਸੰਗਤ ਜੀ, ਖੁਸ਼ੀ। ਜਦੋਂ ਜੀਵ ਆਪਣੇ ਆਪ ਨੂੰ ਸੰਸੇ ਰਹਿਤ ਦੇਖਦਾ ਹੈ ਤੇ ਕਹਿੰਦਾ ਹੈ ਕਿ ਵਾਹਿਗੁਰੂ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ। ਹੁਣ ਅਸੀਂ ਦੋਵੇਂ ਇੱਕੋ ਰੂਪ ਹਾਂ ਤੇ ਹਰ ਵਕਤ ਇਹ ਹੀ ਕਹਿੰਦਾ ਹੈ, ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਜਿੱਥੇ ਕਿਤੇ ਸਾਰੇ ਜਗਤ ਵਿੱਚ ਵਾਹਿਗੁਰੂ ਵਸ ਰਿਹਾ ਹੈ। ਵੇਦਾਂਤ ਵਾਲੇ ਕਹਿੰਦੇ ਹਨ ਕਿ ਜਦ ਇਸ ਖੁਸ਼ੀ ਵਿੱਚ ਪੁੱਜੇ ਤਾਂ ਮੂੰਹੋਂ ਕਵੇ ਕਿ ਮੈਂ ਅਦਵੈ ਬ੍ਰਹਮ ਰੂਪ ਹੂੰ। ਐਸਾ ਕਹਿਣ ਨਾਲ ਜੋ ਮਨ ਵਿੱਚ ਪ੍ਰਸੰਨਤਾ ਹੋਵੇ, ਉਸ ਦਾ ਨਾਮ ਖੁਸ਼ੀ ਹੈ। ਪਰ ਗੁਰਮਤਿ ਵਿੱਚ ਮੈਂ ਮੇਰੀ ਨੂੰ ਥਾਂ ਨਹੀਂ। ਜਿਗਿਆਸੂ ਜਨ ਨਾਲ ਮਿਲਿਆ ਹੋਇਆ ਵੀ ਮੈਂ ਮੇਰੀ ਧਾਰਨਾ ਨਹੀਂ ਕਰਦਾ, ਸਦਾ ਤੂੰ ਹੀ ਉਚਾਰਨ ਕਰਦਾ। ਐਸਾ ਜਾਣਦਿਆਂ ਹੋਇਆਂ ਜੋ ਮਨ ਵਿੱਚ ਪ੍ਰਸੰਨਤਾ ਹੁੰਦੀ ਹੈ, ਉਸ ਦਾ ਨਾਮ ਖੁਸ਼ੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਸਿੱਖੀ ਦਾ ਰਸਤਾ ਐਸਾ ਸਿੱਧਾ ਤੇ ਉੱਚਾ ਭਾਵ ਵਾਲਾ ਬਣਾਇਆ ਹੈ, ਜਿਸ ਤੇ ਚੱਲਦਾ ਆਇਆ ਸਿੱਖ ਸੁੱਤੇ ਸਿੱਧ ਹੀ ਇਸ ਉੱਚ ਅਵਸਥਾ ਦਾ ਭਾਗੀ ਬਣ ਜਾਂਦਾ ਹੈ। ਭਾਗੀ ਹੀ ਨਹੀਂ ਬਲਕਿ ਪਹੁੰਚ ਜਾਂਦਾ ਹੈ। ਜਿੱਥੇ ਉੱਚ ਅਵਸਥਾ ਵਿੱਚ ਪਹੁੰਚ ਚੁੱਕੇ ਸਾਖਿਆਤ ਪਰਮਾਤਮਾ ਦਾ ਦਰਸ਼ਨ ਕਰਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਕੇ ਉਸੇ ਗੁਰੂ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ, ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ ਚਲਾਏ। RAM ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਪਾਤਸ਼ਾਹ ਜੀ ਹੋਰ ਪਾਵਨ ਬਾਣੀ ਵਿੱਚ ਫਰਮਾਉਂਦੇ ਹਨ, ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ। ਪਾਤਸ਼ਾਹ ਜੀ ਫਰਮਾਉਂਦੇ ਹਨ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜਿ ਤਰੰਗ ਜਿਉ, ਜਲ ਹੀ ਵਿਖੈ ਸਮਾਹਿ। ਪਰਮਾਤਮਾ ਦੇ ਵਿੱਚ ਭੇਦ ਹੋ ਕੇ ਫਿਰ ਕਹਿੰਦਾ ਹੈ ਕਿ हे ਵਾਹਿਗੁਰੂ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਬਸ ਤਿਸ ਦੇ ਚਰਨਾਂ ਨਾਲ ਭੇਦ ਹੁੰਦੇ ਹੋਏ ਗੁਰਸਿੱਖ ਸਦਾ ਹੀ 7ਵੀਂ ਅਵਸਥਾ ਵਿੱਚ ਵਿਚਰਦੇ
ਤੇ ਆਨੰਦ ਲੈਂਦੇ ਹਨ। ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹਰ ਇੱਕ ਜੀਵ ਦਾ ਧਰਮ ਹੈ, ਸੋ ਪ੍ਰਾਪਤ ਕਰਨੀ ਚਾਹੀਦੀ ਹੈ। ਭਾਈ ਸਾਹਿਬ ਜੀ ਆਪਣਾ ਕਵਿਤ ਜ਼ਰੂਰ ਫਰਮਾਉਂਦੇ ਹਨ। ਉਹ ਲਿਖਦੇ ਹਨ, ਗੁਰੂ ਜੀ ਦੇ ਸਿੱਖ ਸਦਾ ਪੜ੍ਹ ਗੁਰਬਾਣੀ ਤਾਈ, ਗੁਰੂ ਜੀ ਦੇ ਸਿੱਖ ਸਦਾ ਪੜ੍ਹ ਗੁਰਬਾਣੀ ਤਾਈ, ਕੱਢ ਅਗਿਆਨ ਤੇ ਗਿਆਨ ਚਿਤ ਧਾਰ ਦੇ, ਕਰ ਪ੍ਰਕਾਸ਼ ਤੇ ਆਵਰਣ ਨੂੰ ਦੂਰ ਕਰ, ਕੱਢ ਕੇ ਭਰਾਂਤੀ ਚਿਤੋਂ ਮੋਹ ਨੇ ਵਿਸਾਰ ਦੇ, ਪਰੋਸ਼ ਨੂੰ ਤਿਆਗ ਸਦਾ ਪਹੁੰਚੇ ਅਪਰੋਸ਼ ਵਿੱਚ, ਸ਼ੋਕ ਨਾਸ ਕਰ ਖੁਸ਼ੀ ਮਨ ਚ ਸਵਾਰ ਦੇ, ਪੁੱਜ ਉੱਚਾ ਅਵਸਥਾ ਮੇਂ ਲੈਂਦੇ हैं आनंद साध, ਪੁੱਜ ਉੱਚੀ ਅਵਸਥਾ ਮੇਂ ਲੈਂਦੇ हैं आनंद साध, ਜਨਮ ਮਰਨ ਸੰਦਾ ਦੁਖ ਭਗਤ ਟਾਰਦੇ, ਜਨਮ ਮਰਨ ਸੰਦਾ ਦੁਖ ਭਗਤ ਟਾਰਦੇ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।